ਪੰਜਾਬੀ ਖਬਰਨਾਮਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀਆਂ ਵੱਡੀਆਂ ਖਬਰਾਂ। ਪੰਜਾਬ 'ਚ ਹੁਣ ਹਰ ਵਿਧਾਇਕ ਨੂੰ ਇੱਕ ਪੈਨਸ਼ਨ ਹੀ ਮਿਲੇਗੀ। ਇਸ ਬਾਬਤ ਵਿਧਾਨ ਸਭਾ 'ਚ ਬਿੱਲ ਸਰਬਸੰਮਤੀ ਨਾਲ ਪਾਸ ਹੋ ਗਿਆ ਹੈ, ਜਿਸ ਤੋਂ ਬਾਅਦ ਹੁਣ ਇਸ ਬਿੱਲ ਉੱਤੇ ਰਾਜਪਾਲ ਦੀ ਮਨਜ਼ੂਰੀ ਮਿਲਣਾ ਹਜੇ ਰਹਿ ਗਈ ਹੈ। ਪੰਜਾਬ ਵਿਧਾਨ ਸਭਾ ਸੈਸ਼ਨ ਦੇ ਆਖਰੀ ਦਿਨ ਇਹ ਬਿੱਲ ਸਿੱਖਿਆ ਮੰਤਰੀ ਮੀਤ ਹੇਅਰ ਵੱਲੋਂ ਪੇਸ਼ ਕੀਤਾ ਗਿਆ, ਜਿਸ ਨੂੰ ਸਰਬਸੰਮਤੀ ਦੇ ਨਾਲ ਪਾਸ ਕਰ ਦਿੱਤਾ ਗਿਆ। ਬਿੱਲ ਪੇਸ਼ ਹੋਣ ਤੋਂ ਬਾਅਦ ਕਈ ਵਿਧਾਇਕਾਂ ਨੇ ਇਸ ਉੱਤੇ ਹੋਰ ਸੋਧ ਕਰਨ ਲਈ ਆਪੋ ਆਪਣੀ ਰਾਏ ਰੱਖੀ, ਪਰ ਫਿਰ ਵੀ ਇਹ ਬਿੱਲ ਪਾਸ ਕਰ ਦਿੱਤਾ ਗਿਆ। ਵਿਧਾਨ ਸਭਾ 1 MLA 1 ਪੈਨਸ਼ਨ ਬਿੱਲ ਬੇਸ਼ੱਕ ਸਰਬਸੰਮਤੀ ਨਾਲ ਪਾਸ ਹੋ ਗਿਆ, ਪਰ ਇਸ ਦੌਰਾਨ ਕਈ ਵਿਧਾਇਕਾਂ ਨੇ ਤਨਖਾਹ ਵਧਾਉਣ ਨੂੰ ਲੈ ਕੇ ਵਿਰੋਧੀ ਧਿਰ ਲੀਡਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਤਿੱਖੀ ਬਹਿਸ ਹੋਈ। ਇਸ ਤੋਂ ਪਹਿਲਾਂ 16 ਮਈ ਨੂੰ ਪੰਜਾਬ ਦੇ ਰਾਜਪਾਲ ਕੋਲ ਮਾਨ ਕੈਬਨਿਟ ਵੱਲੋਂ ਪਾਸ ਕਰਕੇ ਭੇਜਿਆ ਗਿਆ 1 MLA 1 ਪੈਨਸ਼ਨ ਵਾਲਾ ਆਰਡੀਨੈਂਸ ਵਾਪਸ ਭੇਜ ਦਿੱਤਾ ਗਿਆ ਸੀ। ਰਾਜਪਾਲ ਵੱਲੋਂ ਇਹ ਆਰਡੀਨੈਂਸ ਕੈਬਨਿਟ ਦੀ ਥਾਂ ਤੇ ਵਿਧਾਨ ਸਭਾ ਵਿੱਚ ਪਾਸ ਕਰਕੇ ਭੇਜਣ ਲਈ ਕਿਹਾ ਗਿਆ, ਯਾਨੀ ਮਾਨ ਸਰਕਾਰ ਨੇ ਵਿਧਾਨ ਸਭਾ ਸੈਸ਼ਨ ਦੇ ਆਖਰੀ ਦਿਨ ਇਸ ਨੂੰ ਪਾਸ ਕਰ ਦਿੱਤਾ ਤੇ ਹੁਣ ਇਹ ਜਲਦ ਹੀ ਮੁੜ ਰਾਜਪਾਲ ਦੇ ਕੋਲ ਭੇਜ ਦਿੱਤਾ ਜਾਵੇਗਾ ਅਤੇ ਰਾਜਪਾਲ ਦੀ ਮੋਹਰ ਲੱਗਣ ਤੋਂ ਬਾਅਦ ਪੰਜਾਬ ਦੇ ਹਰ ਵਿਧਾਇਕ ਨੂੰ ਇੱਕ ਪੈਨਸ਼ਨ ਹੀ ਮਿਲੇਗੀ। ਪੰਜਾਬ 'ਚ ਨਵੀਂ ਸਰਕਾਰ ਬਣਦਿਆਂ ਹੀ CM ਨੇ 1 MLA 1 ਪੈਨਸ਼ਨ ਫੈਸਲਾ ਲਿਆ ਸੀ, ਜਿਸ ਦੇ ਨਾਲ ਸਰਕਾਰ ਦੇ ਖਜ਼ਾਨੇ ਉੱਤੇ 19 ਕਰੋੜ ਤੋਂ ਵੱਧ ਦਾ ਸਾਲਾਨਾ ਬੋਝ ਪੈਂਦਾ ਰਿਹਾ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਵਾਰ ਫਿਰ ਪੰਜਾਬ ਆਉਣ ਵਾਲੇ ਹਨ। ਇਹ ਜਾਣਕਾਰੀ ਭਾਜਪਾ ਦੇ ਸੂਬਾਈ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਵਿਧਾਨ ਸਭਾ 'ਚ ਦਿੱਤੀ। ਉਹਨਾਂ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਪੰਜਾਬ ਆ ਕੇ ਫਿਰੋਜ਼ਪੁਰ 'ਚ PGI ਦੇ ਸੈਟੇਲਾਈਟ ਸੈਂਟਰ ਦਾ ਉਦਘਾਟਨ ਕਰਨਗੇ। ਜ਼ਿਕਰ ਹੋਇਆ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆ ਚੁੱਕੇ ਹਨ। ਇਸ ਦੌਰਾਨ ਉਹਨਾਂ ਦੀ ਸੁਰੱਖਿਆ 'ਚ ਕੁਤਾਹੀ ਹੋਈ ਸੀ। ਫਿਰੋਜ਼ਪੁਰ ਜਾਂਦੇ ਸਮੇਂ ਰਸਤੇ ਵਿੱਚ ਇੱਕ ਫਲਾਈਓਵਰ ਤੇ ਉਹਨਾਂ ਦੇ ਕਾਫਲੇ ਨੂੰ ਤਕਰੀਬਨ 20 ਮਿੰਟ ਤੱਕ ਰੋਕਿਆ ਗਿਆ ਸੀ, ਜਿਸ ਤੋਂ ਬਾਅਦ ਉਹ ਬਿਨਾਂ ਫਿਰੋਜ਼ਪੁਰ ਗਏ ਰਸਤੇ ਤੋਂ ਹੀ ਵਾਪਸ ਪਰਤ ਗਏ ਸਨ ਅਤੇ ਹੁਣ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਲਈ ਕੋਈ ਵੱਡੇ ਐਲਾਨ ਵੀ ਕਰ ਸਕਦੇ ਹਨ। ਪੰਜਾਬ ਵਿੱਚ ਮੌਸਮ ਦਾ ਮਿਜਾਜ ਬਦਲ ਗਿਆ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ ਮੁਤਾਬਕ ਵੀਰਵਾਰ ਨੂੰ ਅਸਮਾਨ ਵਿੱਚ ਬੱਦਲ ਛਾਏ ਰਹਿਣਗੇ ਅਤੇ ਕਈ ਥਾਵਾਂ ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲ ਸਕਦੀ ਹੈ। ਦੂਜੇ ਪਾਸੇ ਮੌਸਮ ਕੇਂਦਰ ਚੰਡੀਗੜ੍ਹ ਦੇ ਨਿਰਦੇਸ਼ਕ ਮੁਤਾਬਕ ਪੰਜਾਬ ਵਿੱਚ 30 ਜੂਨ ਦੀ ਸਵੇਰ ਤੋਂ 1 ਜੁਲਾਈ ਵਿਚਾਲੇ ਕਦੇ ਵੀ ਮਾਨਸੂਨ ਪਹੁੰਚ ਸਕਦਾ ਹੈ। ਮੌਸਮ ਵਿਭਾਗ ਮੁਤਾਬਕ ਇੱਕ ਹਫ਼ਤੇ ਤੱਕ ਮੌਸਮ ਅਜਿਹਾ ਬਣਿਆ ਰਹੇਗਾ। ਬੁੱਧਵਾਰ ਨੂੰ ਵੀ ਦਿਨ ਵੇਲੇ ਹਵਾਵਾਂ ਚੱਲੀਆਂ ਅਤੇ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਤੋਂ ਉੱਤੇ ਰਿਕਾਰਡ ਕੀਤਾ ਗਿਆ ਹੈ। ਇਸ ਦੇ ਨਾਲ ਹੀ ਜਿੱਥੇ 3 ਦਿਨਾਂ ਦੀ ਚਿਪਚਿਪਾਉਂਦੀ ਅਤੇ ਹੁਮਸ ਭਰੀ ਗਰਮੀ ਨੇ ਬੁਰਾ ਹਾਲ ਕੀਤਾ ਸੀ, ਉਸ ਤੋਂ ਥੋੜ੍ਹੀ ਰਾਹਤ ਮਿਲੀ ਹੈ। ਵੀਰਵਾਰ ਤੋਂ 5 ਜੁਲਾਈ ਤੱਕ ਲਗਾਤਾਰ ਮੀਂਹ ਦੇ ਆਸਾਰ ਬਣੇ ਰਹੇ ਹਨ। 6 ਦਿਨ ਤੱਕ ਬੱਦਲ ਛਾਏ ਰਹਿਣਗੇ। ਤੇਜ਼ ਹਵਾਵਾਂ ਚੱਲਣ ਨਾਲ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਦਾ ਅਨੁਮਾਨ ਜੇ ਬਿਲਕੁਲ ਸਹੀ ਬੈਠਿਆ ਤਾਂ ਵੱਧ ਤੋਂ ਵੱਧ ਤਾਪਮਾਨ 40 ਤੋਂ 32 ਡਿਗਰੀ ਤੱਕ ਹੋ ਸਕਦਾ ਹੈ। ਪੰਜਾਬ ਵਿੱਚ ਮੌਸਮ ਦਾ ਮਿਜਾਜ ਬਦਲ ਗਿਆ ਹੈ। ਅੱਜ ਤੋਂ 1 ਹਫ਼ਤੇ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਤੇਜ਼ ਹਵਾਵਾਂ ਵੀ ਚੱਲਣਗੀਆਂ। ਪੰਜਾਬ ਵਿਧਾਨ ਸਭਾ ਦੇ ਸੈਸ਼ਨ 'ਚ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪੰਜਾਬ ਯੂਨੀਵਰਸਿਟੀ ਤੇ ਮਤਾ ਪੇਸ਼ ਕੀਤਾ। ਬਹਿਸ ਤੋਂ ਬਾਅਦ ਮਤਾ ਪਾਸ ਕਰ ਦਿੱਤਾ ਗਿਆ। ਇਹ ਜ਼ਿਕਰ ਹੋਇਆ ਕਿ ਸਿੱਖਿਆ ਮੰਤਰੀ ਮੀਤ ਹੇਅਰ ਨੇ ਆਖਿਆ ਕਿ ਪੰਜਾਬ ਯੂਨੀਵਰਸਿਟੀ ਸਾਡੀ ਵਿਰਾਸਤ ਅਤੇ ਸਾਡੇ ਪੰਜਾਬੀਆਂ ਦੀ ਹੋਂਦ ਦਾ ਮਾਮਲਾ ਹੈ। ਕਿਸੇ ਵੀ ਹਾਲ ਵਿੱਚ ਇਸ ਦਾ ਕੇਂਦਰੀਕਰਨ ਹੋਣ ਨਹੀਂ ਦੇਵਾਂਗੇ। ਡਾਕਟਰ ਸਾਹਿਬ ਪ੍ਰਗਟ ਜੀ, ਤੁਸੀਂ ਮਾਮਲਾ ਉਠਾਇਆ ਪੈਨਸ਼ਨਾਂ ਦਾ। ਅਸੀਂ ਤਨਖਾਹਾਂ ਨਹੀਂ ਘਟਾ ਰਹੇ, ਨਾ ਹੀ ਬੰਦ ਕਰ ਰਹੇ ਹਾਂ। ਤਨਖਾਹਾਂ ਜਦੋਂ ਤੱਕ ਲੋਕ ਤੁਹਾਨੂੰ ਚੁਣਨਗੇ ਉਹ ਮਿਲਣਗੇ, ਭੱਤੇ ਮਿਲਣਗੇ। ਹਲਕੇ ਦੇ ਭੱਤੇ ਨੇ ਉਹ ਮਿਲਦੇ ਨੇ। ਮੈਂ MP ਰਿਹਾ, ਬੇਸਿਕ ਪੇ 50,000 ਸੀ, ਬਾਕੀ ਭੱਤੇ ਮਿਲਦੇ ਸੀ। ਪਰ ਤੁਸੀਂ ਜੇ ਕੰਪੇਅਰ ਕਰੋਗੇ ਕਿ ਚੀਫ ਸੈਕਟਰੀ ਲੈਵਲ ਹੈ ਸਾਡਾ ਜਾਂ ਇੰਪਲਾਈਜ਼ ਨਾਲ, ਇੰਪਲਾਈਜ਼ ਜੇ 20 ਸਾਲ ਨੌਕਰੀ ਕਰੂਗਾ ਤਾਂ ਉਹਨੂੰ ਪੈਨਸ਼ਨ ਮਿਲਦੀ ਹੈ ਸਰ। ਜੇ 20 ਤੋਂ ਘੱਟ ਕਰੂਗਾ ਉਹਨੂੰ ਪੈਨਸ਼ਨ ਨਹੀਂ ਮਿਲਦੀ। ਤੇ ਫਿਰ MLA ਤਾਂ 5 ਸਾਲ ਬਣ ਗਿਆ ਤੇ ਫਿਰ ਤੁਸੀਂ ਚੀਫ ਸੈਕਟਰੀ ਦਾ ਲੈਵਲ ਲੈ ਲਿਆ ਸਾਰੀ ਉਮਰ ਵਾਸਤੇ। ਕੋਈ ਬੰਦਾ 27 ਸਾਲ ਦਾ MLA ਬਣ ਗਿਆ, 32 ਸਾਲ ਦਾ ਉਹ ਹੋ ਗਿਆ, 32 ਸਾਲ ਤੋਂ ਬਾਅਦ ਉਹਨੂੰ ਅਗਲੀ ਵਾਰ ਟਿਕਟ ਨਹੀਂ ਮਿਲੀ ਤਾਂ 32 ਸਾਲ ਤੋਂ ਬਾਅਦ ਉਹ ਸਾਰੀ ਉਮਰ ਲਈ ਮਤਲਬ ਇੰਪਲਾਈਜ਼ ਦੇ ਬਰਾਬਰ ਦਾ ਕਿਵੇਂ ਲੈ ਸਕਦਾ ਸਰ ਬਾਜਵਾ ਸਾਹਿਬ? ਨਹੀਂ, ਇੱਕ ਮਿੰਟ ਸਰ, ਲੈਟ ਮੀ ਸਪੀਕ ਸਰ। ਨਹੀਂ, ਫਿਰ ਅਗਨੀਵੀਰ ਤਾਂ ਉਹਨਾਂ ਨੂੰ ਪੁੱਛ ਲਓ, ਅਗਨੀਵੀਰ ਵਾਲੇ ਬੈਠੇ ਨੇ। ਅਸੀਂ ਤੁਹਾਨੂੰ ਇਹ ਕਹਿੰਦੇ ਨਹੀਂ, ਇੱਕ ਮਿੰਟ ਸਰ ਬਾਜਵਾ ਸਾਹਿਬ ਬੈਠੋ। ਬਾਜਵਾ ਸਾਹਿਬ ਇੱਕ CM ਸਾਹਿਬ ਨਾਲ ਗੱਲ ਕਰਕੇ ਬਾਅਦ ਕਰ ਲਿਓ। ਬਾਜਵਾ ਸਾਹਿਬ, ਜਦੋਂ ਟਿਕਟ ਮੰਗਦੇ ਹੋ, ਮੈਨੂੰ ਹੁਣ ਬੋਲ ਹੀ ਲੈਣ ਦਿਓ। ਜੋ ਟਿਕਟ ਮੰਗਦੇ ਹੋ MLA ਦੀ, ਉਦੋਂ ਨਹੀਂ ਪਤਾ ਹੁੰਦਾ ਕਿੰਨੀ ਤਨਖਾਹ ਹੈ।
ਤੁਸੀਂ ਉਸ ਨੌਕਰੀ ਵਾਸਤੇ ਅਪਲਾਈ ਕਿਉਂ ਕਰਦੇ ਹੋ ਫਿਰ ਜਿਹਦੀ ਤਨਖਾਹ ਇੰਨੀ ਹੈ? ਮੈਂ ਇੱਕ ਮਿੰਟ ਜਦੋਂ ਮੈਨੂੰ ਪਤਾ ਹੈ ਕਿ ਸਰ ਪਲੀਜ਼ ਲੈਟ ਮੀ ਸਪੀਕ ਸਰ, ਟਿਕਟ ਮੰਗਦੇ ਹੋ ਬਾਜਵਾ ਜੀ ਬੈਠੋ, ਟਿਕਟ ਬਾਜਵਾ ਜੀ ਬੈਠੋ, ਕੀ ਮੰਗਦੇ ਹੋ? ਐਮਐਲਏ ਬਣਾ ਦਿਓ ਇੱਕ ਵਾਰੀ, ਬਾਕੀ ਸਾਡਾ ਕੰਮ ਹੈ। ਤੁਸੀਂ ਬਾਅਦ ਕਰਿਓ ਸਰ ਜਦੋਂ ਤੁਹਾਨੂੰ ਸਰ ਸੁਣੋ ਤਾਂ ਸਹੀ ਬੈਠੋ ਸਰ, ਸੁਣੋ ਤਾਂ ਸਹੀ ਨਾ ਸਰ, ਸੁਣੋ ਨਾ, ਮੈਂ ਰੋਜ਼ ਸੁਣਾਉਂਗਾ, ਮੈਂ ਚੁਣਿਆ ਹੋਇਆ, ਮੈਂ ਸੁਣਾਉਂਗਾ, ਤੁਸੀਂ ਸੁਣਨ ਦੀ ਹੱਥ ਪਾ ਲਓ ਹੁਣ 5 ਸਾਲ। ਸਰ ਜਦੋਂ ਐਡਰੈਸ ਕੀਤਾ ਜਾਵੇ, ਨਹੀਂ ਕੇਅਰ ਨੂੰ ਐਡਰੈਸ ਕੀਤਾ। ਬਾਜਵਾ ਜੀ ਤੁਸੀਂ ਸਪੀਕਰ ਬੈਠੋ, ਸਾਹਿਬ ਬਾਜਵਾ ਜੀ ਬੈਠੋ। ਇੱਕ ਮਿੰਟ ਸਰ, ਇਹ ਤਾਂ ਜਾਤਾ ਇਹ ਹੋਵੇ ਨਾ ਸਰ, ਜਾਤਾ ਇਹ ਹੋਵੇ ਕਿ ਐਮਐਲਏ ਚੁਣਨ ਤੋਂ ਬਾਅਦ ਤਨਖਾਹ ਉਹਨਾਂ ਦੀ ਜਾਂ ਪੈਨਸ਼ਨ ਜਿਹੜੀ ਹੈ ਉਹ ਜਿਹੜੀ ਹੈ ਉਹ ਨਿਸ਼ਚਿਤ ਕੀਤੀ ਜਾਂਦੀ ਹੈ ਕਿ ਇੰਨੀ ਮਿਲੂਗੀ। ਜਦੋਂ ਪਤਾ ਹੈ ਕਿ ਐਮਐਲਏ ਬਣਨਾ ਹੈ ਤਾਂ ਫਿਰ ਇੰਨੀ ਤਨਖਾਹ ਹੈ, ਤਾਂ ਫਿਰ ਉਹਦੇ ਵਾਸਤੇ ਮਾਰ ਕੇ ਟਿਕਟਾਂ ਵਾਸਤੇ ਕਿਉਂ ਭੱਜਦੇ ਫਿਰਦੇ ਹੁੰਦੇ ਨੇ ਆਪਣੇ ਪ੍ਰਧਾਨਾਂ ਦੇ ਘਰੇ? ਮੈਨੂੰ ਟਿਕਟ ਮੈਨੂੰ ਕੋਈ ਹੋਰ ਕੰਮ ਕਰ ਲਓ ਫਿਰ। ਜੇ ਤਨਖਾਹ ਹੀ ਇੰਨੀ ਲੈਣੀ ਹੈ, ਜਿਹੜੇ ਵਾਸਤੇ ਤੁਸੀਂ ਅਪਲਾਈ ਕੀਤੀ ਹੈ ਓਨੀ ਤਨਖਾਹ ਮਿਲੂਗੀ, ਓਨੀ ਪੈਨਸ਼ਨ ਮਿਲੂਗੀ, ਦੈਟਸ ਇਟ। ਬਾਜਵਾ ਜੀ ਦਿੱਲੀ ਨਹੀਂ ਸੀ ਵਧਾਣੀ ਚਾਹੀਦੀ। ਇਹ ਗੱਲ ਕਰਨ ਦੀ ਵੀ ਇੱਥੇ ਤੁਸੀਂ ਹਰ ਚੀਜ਼ ਦੇ ਉੱਤੇ ਵਾਈ ਡੂ ਯੂ ਮੇਕ ਐਵਰੀਥਿੰਗ ਡਰਾਮੈਟਿਕ? ਵਾਈ ਯੂ ਆਲਵੇਸ ਸਪ੍ਰਿੰਗ ਟੂ ਦੀ ਗੈਲਰੀ? 24 ਘੰਟੇ ਤੁਸੀਂ ਧਿਆਨ ਤੁਹਾਡਾ ਲਾਈਵ ਪ੍ਰੋਗਰਾਮ ਵੱਲ ਹੀ ਹੁੰਦਾ। ਜੇ ਜੈਨੂਇਨ ਤੁਹਾਡੇ ਸਾਹਮਣੇ ਗੱਲ ਰੱਖ, ਅਸੀਂ ਕਹਿੰਦੇ ਬੰਦ ਕਰ ਦਿਓ ਜੀ, ਬੰਦ ਕਰ ਦਿਓ। ਜੇ ਹੋਰ ਬਾਜਵਾ ਜੀ ਬੈਠੋ, ਹਵੇਂ ਬੰਦ ਕਰ ਦਿਓ। ਬਾਜਵਾ ਜੀ ਬੈਠੋ, ਚੇਅਰ ਨੂੰ ਐਡਰੈਸ ਬਾਜਵਾ ਕਰੋ। ਸਾਹਿਬ, ਮੁੱਖ ਮੰਤਰੀ ਸਾਹਿਬ, ਹਾਂ, ਵਧਾਉਣ ਵਾਸਤੇ ਆਲ ਪਾਰਟੀ ਸਰ ਬਾਜਵਾ ਜੀ ਆਲਰੇਡੀ ਕਮੇਟੀ ਬਣੀ ਹੋਈ ਹੈ ਸਰ, ਤਨਖਾਹਾਂ ਵਾਸਤੇ ਰਿਵਿਊ ਕਰਾਂਗੇ, ਠੀਕ ਹੈ ਨਾ? ਪਰ ਕਾਂਗਰਸ ਨੂੰ ਕੋਈ ਉਮੀਦ ਨਹੀਂ ਰੱਖਣੀ ਚਾਹੀਦੀ ਸਾਡੇ ਤੋਂ। ਲੋਕਾਂ ਨੂੰ ਹੈ ਪੰਜਾਬ ਦੇ 3 ਕਰੋੜ ਲੋਕਾਂ ਨੂੰ ਕਿ ਕਿਸੇ ਵੀ ਗੱਲ ਦੀ ਕੋਈ ਗੱਲ ਹੈ। ਜੇ ਤੁਹਾਨੂੰ ਪਤਾ ਹੈ, ਇੱਕ ਮਿੰਟ ਸਰ, ਤੁਹਾਨੂੰ ਜਦੋਂ ਤੁਸੀਂ ਰਾਜ ਸਭਾ ਦੇ ਮੈਂਬਰ ਸੀ ਤਾਂ ਤੁਹਾਨੂੰ ਬਾਅਦ ਤਨਖਾਹ ਮਿਲਦੀ ਸੀ। ਤੁਸੀਂ ਕਿਹਾ ਮੈਂ ਐਮਐਲਏ ਦੀ ਸੇਵਾ ਕਰਨੀ ਹੈ ਪੰਜਾਬ 'ਚ, ਤੁਹਾਨੂੰ ਪਤਾ ਨਹੀਂ ਫਿਰ ਕਿੰਨੀ ਤਨਖਾਹ ਹੈ? ਤੁਸੀਂ ਘੱਟ ਤਨਖਾਹ ਵੱਲ ਕਿਉਂ ਆਏ ਫਿਰ ਟਿਕਟ ਲੈ ਕੇ? ਸਰ ਸੇਮ ਹੈ। ਜੇ ਦੱਸੋ ਦਿਸ ਇਜ਼ ਰਿਟਨ ਕਿ ਇੰਨੀ ਤਨਖਾਹ ਹੈ, ਦਿਸ ਇਜ਼ ਰਿਟਨ ਇੰਨੀ ਤਨਖਾਹ, ਇੰਨੀ ਪੈਨਸ਼ਨ ਹੈ, ਅਪਲਾਈ ਕਰਨਾ ਆਪਣੀ ਪਾਰਟੀ ਦੇ ਪ੍ਰਧਾਨ ਨੂੰ ਕਹੋ ਮੇਰੀ ਪਹਿਲਾਂ ਤਨਖਾਹ ਵਧਾਓ ਜਾਂ ਮੈਨੂੰ ਕੋਈ ਭੱਤਾ ਦਿਓ ਤਾਂ ਮੈਂ ਕਰੂੰਗਾ, ਅਦਰਵਾਈਜ਼ ਨਹੀਂ ਕਰੂੰਗਾ। ਡਾਕਟਰ ਸੁਖੀ ਮੰਤਰੀ ਜੀ ਕੋ ਕਹਿਣਾ ਚਾਹੁੰਦੇ ਆ, ਇੱਕ ਮਿੰਟ ਸੀਮਾ ਜੀ ਕੋ ਕਹਿਣਾ ਚਾਹੁੰਦੇ ਆ। ਮੈਂ ਬੈਠੋ ਸਰਦਾਰ ਪ੍ਰਗਟ ਸਿੰਘ ਜੀ ਬੈਠੋ, ਮੈਂ ਇਹਨੂੰ ਕਲੀਅਰ ਕਰ ਦਿੰਦਾ। ਬੈਠੋ। ਆਲਰੇਡੀ ਮੈਂ ਸਾਰੇ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਜਿਨ੍ਹਾਂ ਨੇ ਆਪਣੀ ਤਨਖਾਹ ਦੇ ਸੰਬੰਧ ਚ ਗੱਲ ਕਰਨੀ ਆ, ਆਲਰੇਡੀ ਜਿਹੜੀ ਕਮੇਟੀ ਆ ਆਲਰੇਡੀ ਭਾਈ ਪਲੀਜ਼ ਇੱਕ ਮਿੰਟ ਸੁਣ ਲਓ। ਹੁਣ ਤੁਸੀਂ ਸੁਣ ਨਹੀਂ ਸਕਦੇ, ਕਮੇਟੀ ਬਣੀ ਹੋਈ ਆ, ਉਸ ਕਮੇਟੀ 'ਚ ਤੁਸੀਂ ਆਪਦਾ ਮੁੱਦਾ ਰੱਖ ਸਕਦੇ ਹੋ। ਮਾਨਯੋਗ ਸਪੀਕਰ ਸਾਹਿਬ ਉਹਦੇ ਚੇਅਰਮੈਨ ਨੇਗੇ ਔਰ ਤੁਹਾਡੇ ਵੀ ਉਹਦੇ ਮੈਂਬਰ ਨੇਗੇ ਔਰ ਸਾਡੇ ਸਰਕਾਰ ਦੇ ਵੀ ਹੁੰਦੇ ਨੇਗੇ। ਸੋ ਤੁਸੀਂ ਉੱਥੇ ਤੁਸੀਂ ਆਪਣੀ ਗੱਲ ਰੱਖ ਸਕਦੇ। ਇਹ ਜਿਹੜਾ ਹੈਗਾ ਸਿਰਫ ਪੈਨਸ਼ਨ ਦਾ ਹੈਗਾ, ਤਨਖਾਹ ਵਧਾਉਣ ਵਾਲੇ ਮੁੱਦੇ ਤੇ ਇੱਕ ਮਿੰਟ ਮੈਨੂੰ ਕਲੀਅਰ ਕਰ ਲਓ। ਆਲਰੇਡੀ ਜਿਹੜੀ ਹੈਗੀ ਆ ਮਾਨਯੋਗ ਸਪੀਕਰ ਸਾਹਿਬ ਦੀ ਅਗਵਾਈ 'ਚ ਪਹਿਲਾਂ ਇੱਕ ਕਮੇਟੀ ਚੱਲ ਰਹੀ ਆ, ਉਹ ਕੋਈ ਉਹਦੇ ਫਾਈਨਲ ਨਹੀਂ ਕੀਤਾ। ਜੇ ਤੁਹਾਨੂੰ ਲੱਗਦਾ ਤੁਸੀਂ ਆਪਣੀ ਗੱਲ ਲਿਖਤੀ ਤੌਰ ਤੇ ਦੇ ਦਿਓ, ਜਿਹਨੂੰ ਵਧਾਉਣੀ ਚਾਹੁੰਦਾ ਗੱਲ ਖਤਮ ਕਰੋ। ਮਾਨਯੋਗ ਮੁੱਖ ਮੰਤਰੀ ਜੀ, ਮੁੱਖ ਮੰਤਰੀ ਸਾਹਿਬ, ਸਰ ਬਾਜਵਾ ਸਾਹਿਬ ਦੀ ਮੈਂ ਇੱਕ ਇੰਟਰਵਿਊ ਸੁਣੀ, ਜਿਹਦੇ ਵਿੱਚ ਕਹਿੰਦੇ ਸੀ ਮੇਰੀ 65 ਸਾਲ ਦੀ ਉਮਰ ਹੋ ਗਈ, ਮੈਂ ਬਹੁਤ ਸਰਵ ਕਰ ਲਿਆ, ਮੈਂ 5 ਚੀਫ ਮਿਨਿਸਟਰਾਂ ਦੇ ਅੰਡਰ ਕੰਮ ਕੀਤਾ, ਕੈਬਨਿਟ ਮਿਨਿਸਟਰ ਵੀ ਰਿਹਾ, ਹੁਣ ਮੈਂ ਪੰਜਾਬ ਦੀ ਸੇਵਾ ਕਰਨੀ ਹੈ। ਇਸ ਵਾਰ ਮੈਂ ਇੱਥੋਂ ਲੜੂੰਗਾ ਆਪਣੀ ਕੰਸਟੀਟਿਊਂਸੀ, ਮੈਂ ਸੇਵਾ ਕਰਨੀ ਹੈ। ਤੇ ਹੁਣ ਇੱਥੇ ਆ ਕੇ ਕਹਿੰਦੇ ਸੇਵਾ ਤਨਖਾਹ ਵਧਾਓ, ਸੇਵਾ ਦੀ ਪੈਨਸ਼ਨ ਦਿਓ, ਸੇਵਾ ਦੀ ਆ ਕਰੋ। ਸਰ ਇਹ ਤਾਂ ਨਾ ਕਰੋ ਨਾ, ਤੁਹਾਨੂੰ ਪਤਾ ਸੀ ਨਾ, ਤੁਸੀਂ ਰਾਜ ਸਭਾ ਛੱਡ ਕੇ ਆਏ ਹੋ ਤੇ ਤੁਹਾਨੂੰ ਪਤਾ ਸੀ ਕਿ ਐਮਐਲਏ ਬਣਨਾ ਹੈ, ਇੰਨੀ ਤਨਖਾਹ ਹੈ, ਤੁਸੀਂ ਕਿਉਂ ਅਪਲਾਈ ਕੀਤਾ ਫਿਰ? ਬਾਜਵਾ ਜੀ ਸਾਰੇ ਤੁਸੀਂ ਇਹੀ ਗੱਲ ਕਰ ਰਹੇ ਹੋ। ਜਿੰਨੀ ਤਨਖਾਹ ਹੈ ਸਰ ਉਨੀ ਮਿਲੂਗੀ ਸਰ, ਦੋਨਿਓ ਮਿਲੂਗੀ। ਲੋਕ 5-5 ਹਜ਼ਾਰ ਤੇ ਕੰਮ ਕਰ ਰਹੇ ਆ, ਪੰਜਾਬ ਦੇ ਬੇਰੁਜ਼ਗਾਰ ਲੋਕ ਆਪਾਂ ਅੱਗੇ ਚੱਲੀਏ, ਫਿਰ ਵੀ ਘਰੇ ਰੋਟੀ ਪੱਕਦੀ ਹੈ। ਸੋ ਇਹ ਨਾ ਕਰੋ। ਆਪਾਂ ਅੱਗੇ ਚੱਲੀਏ। ਡਾਕਟਰ ਸੁਖਵਿੰਦਰ ਕੁਮਾਰ ਸੁਖੀ ਜੀ ਇੱਕ ਮਿੰਟ ਸਰ, ਸੁਖੀ ਜੀ ਬੈਠੋ। ਬਾਜਵਾ ਜੀ ਬੈਠੋ। ਪ੍ਰਗਟ ਸਿੰਘ ਜੀ ਬੈਠੋ। ਸੁਖੀ ਅਸੀਂ ਕੋਈ ਇੱਕ ਮਿੰਟ ਸਰ, ਸੀਐਮ ਸਾਹਿਬ ਨੂੰ ਧਿਆਨ ਮਾੜਾ ਜਿਹਾ ਪਲੀਜ਼, ਇੱਕ ਮਿੰਟ ਜੀ। ਸੀਐਮ ਸਾਹਿਬ ਇੱਕ ਮਿੰਟ ਸੁਣੋ ਤਾਂ ਸਹੀ। ਹਾਂਜੀ ਸੀਐਮ ਸਾਹਿਬ, ਢੱਠੇ ਖੂਦ ਜਿਹੜੇ ਸ਼ਬਦ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਕਹੇ ਜਾ ਰਹੇ ਨੇ ਉਹ ਰਿਕਾਰਡ ਨਾ ਕੀਤੇ ਜਾਣ। ਹਾਂਜੀ, ਚੋਰ ਚੱਕੇ ਵੀ ਰਿਕਾਰਡ ਕੀਤੇ ਜਾਣ ਜੀ। ਸੁਖੀ ਜੀ ਸੀਐਮ ਸਾਹਿਬ ਜੀ, ਅਸੀਂ ਨਹੀਂ ਕਿ ਕਿਸੇ ਦੀ ਤਨਖਾਹ ਵਧਾ ਕੇ ਜਾਓ,
ਅਸੀਂ ਕਹਿੰਦੇ ਵੀ ਜਿਹੜਾ ਕਹਿੰਦਾ ਵੀ ਤੁਸੀਂ ਪੈਨਸ਼ਨ ਦੇ ਨਾਲ ਡੀਏ ਲਾਇਆ ਉਹਦੇ ਨਾਲ ਕਹਿੰਦਾ ਜਿਹੜੇ ਵਿਚਾਰੇ ਸਾਨੂੰ ਆਪਣੀ ਅਸੀਂ ਬਾਅਦ ਦੀ ਗੱਲ ਆ ਤੇ ਗੱਲ ਕਰੀ ਜਿਹੜੇ ਸਾਡੇ ਨਾਲ ਡਰਾਈਵਰ ਚੱਲਦਾ ਦੇਖੋ ਜੇ ਤੁਸੀਂ ਆਪਣਾ ਪ੍ਰਾਈਵੇਟ ਡਰਾਈਵਰ ਲੈਂਦੇ ਆ ਉਹਨੂੰ ਤੁਸੀਂ ਦਿੰਦੇ 10,000 ਜੇ ਸਰਕਾਰੀ ਉਹ 50 ਲੱਖ ਲੈਂਦਾ ਹੋਵੇ ਅਸੀਂ ਕਹਿੰਦੇ ਜੇ ਤੁਸੀਂ ਥੋੜੀ ਉਹਦੀ ਤਨਖਾਹ ਵੱਧ ਜਾਏ ਤਾਂ ਉਹਦਾ ਸਰਕਾਰ ਦਾ ਵੀ ਫਾਇਦਾ ਜੇ ਅਸੀਂ ਆਪਣਾ ਪ੍ਰਾਈਵੇਟ ਰੱਖਾਂਗੇ 10 ਤੋਂ ਜੇ 15 ਹੋ ਜਾਏਗੀ ਜੇ 20 ਹੋ ਜਾਏਗੀ ਉਹਦੇ ਵਿੱਚ ਕੀ ਨੁਕਸਾਨ ਆ ਸਰਕਾਰ ਹਰ ਇੱਕ ਮਿੰਟ ਸਰ ਮੈਂ ਇੱਕ ਮਿੰਟ ਕਰ ਲੈਂਦੇ ਹੋ ਜੀ ਇੱਕ ਮਿੰਟ ਦੂਸਰਾ ਪੀਏ ਜੀ ਪੀਏ ਦੱਸੋ ਜੀ ਪੀਏ ਨੂੰ 10,000 ਚ ਉਹਦੀ ਜੇ ਉਹਨੂੰ ਡੀਏ ਕਰਦੇ ਹੋਵੇ ਤੈਨੂੰ 10,000 ਪਲੱਸ ਡੀਏ ਘੱਟ ਤੋਂ ਘੱਟ ਤੁਸੀਂ ਕੋਈ ਤਾਂ ਅਸੀਂ ਇੰਨੀ ਕੀ ਮੰਗ ਕਰਦੇ ਇਸ ਤੋਂ ਬਾਅਦ ਮੰਗਦੇ ਨਹੀਂ ਅਸੀਂ ਕੁਝ ਜੀ। ਜੰਗੀ ਲਾਲ ਜੀ, ਪ੍ਰਗਟ ਜੀ ਕੁਝ ਕਹਿਣਾ ਚਾਹੁੰਦੇ? ਜੰਗੀ ਲਾਲ ਜੀ ਬੈਠੋ ਜੀ। ਸਪੀਕਰ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਮਾਫੀ ਚਾਹੁੰਦਾ ਕਿ ਮੈਂ ਇੱਕ ਇਹੋ ਜਿਹਾ ਇਸ਼ੂ ਲੈ ਆਂਦਾ ਜਿਹੜਾ ਸ਼ਾਇਦ ਸਾਡੇ ਚੀਫ ਮਿਨਿਸਟਰ ਸਾਹਿਬ ਨੂੰ ਬਹੁਤਾ ਚੰਗਾ ਨਹੀਂ ਲੱਗਿਆ। ਉਹਦਾ ਕਾਰਨ ਇਹ ਹੈ, ਇੱਕ ਮੈਂ ਹੋਰ ਜ਼ਰੂਰ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਕਿ ਜਿਹੜਾ ਐਮਐਲਏ ਦਾ ਪ੍ਰੋਟੋਕਾਲ ਆ ਨਾ ਉਹ ਵੀ ਉੱਥੇ ਲਿਆਂਦਾ ਜਾਵੇ ਜਿੱਥੇ ਸਰਕਾਰ ਦਾ ਸਿਸਟਮ ਕੰਮ ਕਰਦਾ, ਕਿਉਂਕਿ ਫਿਰ ਆਪਾਂ ਪ੍ਰੋਟੋਕਾਲ ਵੀ ਕਾਹਦੇ ਲਈ ਰੱਖਣਾ, ਉਹ ਵੀ ਖਤਮ ਕਰ ਦਿਓ, ਬਿਲਕੁਲ ਖਤਮ ਕਰ ਦਿਓ। ਇਹਦੇ 'ਚ ਕੋਈ ਰੌਲਾ ਨਹੀਂ ਹੈਗਾ ਕਿਉਂਕਿ ਮੈਨੂੰ ਇਹ ਕੋਈ ਪ੍ਰੋਬਲਮ ਨਹੀਂ ਹੈ, ਲੇਕਿਨ ਅਲਟੀਮੇਟਲੀ ਜਦੋਂ ਇੱਕ ਤੁਸੀਂ ਡੈਕੋਰਮ ਦੇ ਵਿੱਚ ਕੰਮ ਕਰਦੇ ਆ ਤਾਂ ਫਿਰ ਕਿਤੇ ਨਾ ਕਿਤੇ ਜਾ ਕੇ ਤਾਂ ਖੜੋਗੇ। ਤੁਹਾਨੂੰ ਕਿਸੇ ਵੀਡੀਓ ਨੇ ਨਹੀਂ ਖੜਨ ਦੇਣਾ, ਤੁਹਾਨੂੰ ਕਿਤੇ ਜੇਈ ਤੇ ਪੰਚਾਇਤ ਸੈਕਟਰੀ ਨੇ ਨਹੀਂ ਖੜਨ ਦੇਣਾ। ਮਾਨ ਸਾਹਿਬ ਥੋੜਾ ਜਿਹਾ ਤੁਹਾਡੇ ਰਿਕੁਐਸਟ ਹੈਗੀ ਯਾਰ, ਨਹੀਂ ਮੈਨੂੰ ਕੋਈ ਇਹ ਪ੍ਰੋਬਲਮ ਨਹੀਂ ਹੈ, ਲੇਕਿਨ ਉਹਨੂੰ ਵੀ ਆਪਾਂ ਲੋਅਰ ਕਰ ਲਈਏ ਸੋ ਦੈਟ ਕਿ ਅਲਟੀਮੇਟਲੀ ਇਹ ਗੱਲ ਨੂੰ, ਕਿਉਂਕਿ ਜੇ ਹਰ ਚੀਜ਼ ਹੀ ਗੈਲਰੀ ਨਾਲ ਖੇਡਣੀ ਹੈ ਤਾਂ ਖੇਡੀ ਲਓ। ਜੰਗੀ ਲਾਲ ਜੀ। ਸਪੀਕਰ ਸਾਹਿਬ, ਅਸੀਂ ਇੱਥੇ ਆਉਣ ਤੋਂ ਪਹਿਲੇ ਜਿਸਲੇ ਇਲੈਕਸ਼ਨਾਂ 'ਚ ਗਏ ਸੀ ਤਾਂ ਅਸੀਂ ਲੋਕਾਂ ਦੀਆਂ ਮਿੰਨਤਾਂ ਕੀਤੀਆਂ, ਤਰਲੇ ਪਾਏ, ਪੈਰੀਂ ਹੱਥ ਵੀ ਲਾਏ ਕਿ ਭਈ ਸਾਨੂੰ ਇੱਕ ਸੇਵਾ ਦਾ ਮੌਕਾ ਜ਼ਰੂਰ ਦਿਓ। ਅਸੀਂ ਇਸ ਪਵਿੱਤਰ ਸਦਨ ਵਿੱਚ ਸੇਵਾ ਵਾਸਤੇ ਆਏ ਹਾਂ, ਮੇਵੇ ਵਾਸਤੇ ਅਸੀਂ ਨਹੀਂ ਆਏ। ਬੇਸ਼ੱਕ ਤਨਖਾਹ ਪੂਰੀ ਬੰਦ ਕਰ ਦਿਓ, ਜਿੰਨੇ ਸੇਵਾ ਕਰਨ ਲਈ ਆਵੇ। ਮੈਂ ਤਾਂ ਜਦੋਂ ਆਜ਼ਾਦ 17 ਵਿੱਚ ਚੁਣਾਵ ਲੜਿਆ ਸੀ ਉਦੋਂ ਵੀ ਮੈਂ ਅਨਾਉਂਸ ਕੀਤਾ ਸੀ ਪਬਲਿਕ ਨੂੰ ਕਿ ਜਿਹੜੀ ਮੈਨੂੰ ਤਨਖਾਹ ਮਿਲੂਗੀ ਉਹਦੇ ਚੋਂ ਇੱਕ ਨਵਾਂ ਪੈਸਾ ਖਾਣਾ ਮੇਰੇ ਵਾਸਤੇ ਹਰਾਮ ਹੋਊਗਾ, ਮੈਂ ਜ਼ਰੂਰਤਮੰਦ ਲੋਕਾਂ ਦੀ ਦਿਆਂਗਾ। ਔਰ ਹੁਣ ਵੀ ਮੈਂ ਇਹੀ ਵਾਅਦਾ ਕਰਕੇ ਆਇਆ, ਮੈਂ ਉਦੋਂ ਮੇਰੇ ਮਨ ਨੂੰ ਤਸੱਲੀ ਹੈ। ਪੈਨਸ਼ਨ ਵੀ ਨਾ ਮਿਲੇ ਤਾਂ ਵੀ ਤਸੱਲੀ ਹੈ, ਲੇਕਿਨ ਮਨ ਦੇ ਵਿੱਚ ਭਾਵਨਾ ਲੋਕਾਂ ਦੀ ਸੇਵਾ ਕਰਨ ਦੀ, ਸੇਵਾ ਵਾਸਤੇ ਮੇਵਾ ਨਹੀਂ ਚਾਹੀਦਾ। ਅਸੀਂ ਤਾਂ ਉਸ ਗੱਲ ਤੇ ਖੜੇ। ਥੈਂਕ ਯੂ ਜੀ, ਥੈਂਕ ਯੂ ਜੀ। ਪ੍ਰਸ਼ਨ ਹੈ ਕਿ the Punjab State Legislature Members Pension and Medical Facilities Regulation Amendment Bill 2022 ਤੇ ਤੁਰੰਤ ਵਿਚਾਰ ਕੀਤਾ ਜਾਵੇ। ਜਿਹੜੇ ਮਾਣਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ, ਜਿਹੜੇ ਮਾਣਯੋਗ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਉਹ ਨਾ ਕਹਿਣ। ਮੈਂ ਸਮਝਦਾ ਹਾਂ ਕਿ ਪ੍ਰਸਤਾਵ ਸਰਬਸੰਮਤੀ ਨਾਲ ਸਵੀਕਾਰ ਹੋਇਆ। ਹੁਣ ਸਦਨ ਬਿੱਲ ਤੇ ਕਲਾਜ਼ਵਾਰ ਵਿਚਾਰ ਕਰੇਗਾ। ਕਲਾਜ਼ 1 ਦੀ ਸਬ ਕਲਾਜ਼ 2। ਪ੍ਰਸ਼ਨ ਹੈ ਕਿ ਕਲਾਜ਼ 1 ਦੀ ਸਬ ਕਲਾਜ਼ 2 ਬਿੱਲ ਦਾ ਹਿੱਸਾ ਹੈ। ਜਿਹੜੇ ਮਾਣਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ, ਜਿਹੜੇ ਮਾਣਯੋਗ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਉਹ ਨਾ ਕਹਿਣ। ਮੈਂ ਸਮਝਦਾ ਹਾਂ ਕਿ ਹਾਂ ਪੱਖ ਦੀ ਜਿੱਤ ਹੈ, ਹਾਂ ਪੱਖ ਦੀ ਜਿੱਤ ਹੈ। ਪ੍ਰਸਤਾਵ ਸਵੀਕਾਰ ਹੋਇਆ। ਕਲਾਜ਼ 2। ਪ੍ਰਸ਼ਨ ਹੈ ਕਿ ਕਲਾਜ਼ 2 ਬਿੱਲ ਦਾ ਹਿੱਸਾ ਹੈ। ਜਿਹੜੇ ਮਾਣਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ, ਜਿਹੜੇ ਮਾਣਯੋਗ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਉਹ ਨਾ ਕਹਿਣ। ਮੈਂ ਸਮਝਦਾ ਹਾਂ ਕਿ ਹਾਂ ਪੱਖ ਦੀ ਜਿੱਤ ਹੈ, ਹਾਂ ਪੱਖ ਦੀ ਜਿੱਤ ਹੈ। ਪ੍ਰਸਤਾਵ ਸਵੀਕਾਰ ਹੋਇਆ। ਕਲਾਜ਼ 1 ਦੀ ਸਬ ਕਲਾਜ਼ 1। ਪ੍ਰਸ਼ਨ ਹੈ ਕਿ ਕਲਾਜ਼ 1 ਦੀ ਸਬ ਕਲਾਜ਼ 1 ਬਿੱਲ ਦਾ ਹਿੱਸਾ ਹੈ। ਜਿਹੜੇ ਮਾਣਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ, ਜਿਹੜੇ ਮਾਣਯੋਗ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਉਹ ਨਾ ਕਹਿਣ। ਮੈਂ ਸਮਝਦਾ ਹਾਂ ਹਾਂ ਪੱਖ ਦੀ ਜਿੱਤ ਹੈ, ਹਾਂ ਪੱਖ ਦੀ ਜਿੱਤ ਹੈ। ਪ੍ਰਸਤਾਵ ਸਵੀਕਾਰ ਹੋਇਆ। ਸਿਰਲੇਖ। ਪ੍ਰਸ਼ਨ ਹੈ ਕਿ ਸਿਰਲੇਖ ਬਿੱਲ ਦਾ ਸਿਰਲੇਖ ਹੈ। ਜਿਹੜੇ ਮਾਣਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ, ਜਿਹੜੇ ਮਾਣਯੋਗ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਉਹ ਨਾ ਕਹਿਣ। ਮੈਂ ਸਮਝਦਾ ਹਾਂ ਕਿ ਹਾਂ ਪੱਖ ਦੀ ਜਿੱਤ ਹੈ, ਹਾਂ ਪੱਖ ਦੀ ਜਿੱਤ ਹੈ। ਪ੍ਰਸਤਾਵ ਸਵੀਕਾਰ ਹੋਇਆ। ਮਾਣਯੋਗ ਸਿੱਖਿਆ ਮੰਤਰੀ ਬਿੱਲ ਪਾਸ ਕਰਨ ਲਈ ਪ੍ਰਸਤਾਵ ਪੇਸ਼ ਕਰਨ। ਸਪੀਕਰ ਸਾਹਿਬ, ਮੈਂ ਇਹ ਵੀ ਪ੍ਰਸਤਾਵ ਕਰਦਾ ਹਾਂ ਕਿ ਦੀ ਪੰਜਾਬ ਸਟੇਟ ਲੈਜਿਸਲੇਚਰ ਮੈਂਬਰਸ
ਪੈਨਸ਼ਨ ਐਂਡ ਮੈਡੀਕਲ ਫੈਸਿਲਿਟੀਜ਼ ਰੈਗੂਲੇਸ਼ਨ ਸੋਧ ਬਿੱਲ 2022 ਪਾਸ ਕੀਤਾ ਜਾਵੇ। ਪ੍ਰਸਤਾਵ ਪੇਸ਼ ਕੀਤਾ ਗਿਆ ਕਿ the Punjab State Legislature's Members Pension and Medical Facilities Regulation Amendment Bill 2022 ਪਾਸ ਕੀਤਾ ਜਾਵੇ। ਪ੍ਰਸ਼ਨ ਹੈ ਕਿ ਮੈਂ ਸਮਝਦਾ ਹਾਂ ਕਿ ਹਾਂ ਪੱਖ ਦੀ ਜਿੱਤ ਹੈ, ਪ੍ਰਸਤਾਵ ਸਵੀਕਾਰ ਹੋਇਆ।